ਇੰਡੀਅਨਸ ਜਿਹੜੇ ਕਿ ਇੱਥੋਂ ਕੈਨੇਡੀਅਨ ਜਿਹੜੇ ਇੰਡੀਆ ਜਾਣ ਦੀ ਤਿਆਰੀ ਕਰ ਰਹੇ ਸੀ ਵੈਸੇ ਨਾਰਮਲ ਟੂਰਸ ਵਗੈਰਾ, ਉਹਨਾਂ ਨੇ ਕਾਫੀਆਂ ਨੇ ਟਿਕਟਾਂ ਟੁਕਟਾਂ ਕੈਂਸਲ ਕਰਾਈਆਂ ਨੇ ਆਪਣੀਆਂ। ਜੇ ਜ਼ਿਆਦਾ ਰਿਲੇਸ਼ਨ ਖਰਾਬ ਹੋ ਗਏ ਤਾਂ ਹੈ ਨਾ, ਵੀ ਜਿਹੜੀ ਸਾਰਾ ਇੱਥੇ ਆਊਟਸੋਰਸਿੰਗ ਦਾ ਕੰਮ ਜਾਂਦਾ ਇੰਡੀਆ, ਉਹਨੂੰ ਬੰਦ ਹੋ ਸਕਦਾ ਹੈ। 80-90% ਆਈਟੀ ਦੀ ਸਾਰਾ ਕੈਨੇਡਾ ਦਾ, ਈਵਨ USA ਦਾ ਸਾਰਾ ਇੰਡੀਆ ਨੂੰ ਆਊਟਸੋਰਸਡ ਹੈ। ਇਹ ਕਹਿੰਦੇ ਆ ਕਿ ਬੜੇ ਡਿਪਲੋਮੈਟਿਕਲੀ ਦਿਖਾਇਆ ਜਾਂਦਾ ਹੈ, ਸਰੇਆਮ ਇਹ ਨਹੀਂ ਦਿਖਾਇਆ ਜਾਂਦਾ ਵੀ ਅਸੀਂ ਐਕਸਪਲੋਇਟੇਸ਼ਨ ਕਰ ਰਹੇ ਹਾਂ। ਸਰੋਗੇਸੀ ਆਪਾਂ ਸੁਣਿਆ ਹੋਏਗਾ ਵਰਡ, ਹੈ ਨਾ, ਵੀ ਆਪਾਂ ਐਕਟਰਾਂ ਸੁਣਦੇ ਹੁੰਦੇ ਆ ਵੀ ਆਪਣਾ ਬੱਚਾ ਤੁਸੀਂ ਦੂਸਰੇ ਦੀ ਬੋਡੀ ਦੇ ਥਰੂ ਪ੍ਰੋਡਿਊਸ। ਹਜੇ ਮੈਂ ਕਹਿ ਰਿਹਾ ਹਜੇ ਇਹ ਐਕਸਟ੍ਰੀਮ ਮਾਡਲ ਨਹੀਂ ਹੈਗਾ ਆਊਟਸੋਰਸਿੰਗ ਦਾ। ਹਜੇ ਉਹ ਇਹ ਤਾਂ ਸੋਚ ਰਹੇ ਕਿ ਬੱਚਾ ਹੋਣਾ ਚਾਹੀਦਾ। ਇਹ ਚੀਜ਼ ਇਹ ਜਦ ਲੈਵਲ ਤੱਕ ਪਹੁੰਚ ਜੇ ਨਾ, ਤਾਂ ਫਿਰ ਥੋੜੀ ਆਊਟਸੋਰਸਿੰਗ ਦੇ ਨੈਗੇਟਿਵ ਇੰਪੈਕਟ ਸਾਡੇ ਸਟਾਰਟ ਹੁੰਦੇ ਨੇ, ਵੀ ਜਿਹੜੇ ਬੰਦੇ ਨੇ ਉਹ ਬਹੁਤ ਕੁਝ ਕੁਰਬਾਨ ਕਰਨਾ ਸਟਾਰਟ ਕਰ ਦਿੰਦੇ ਨੇ ਪੈਸੇ ਦੇ ਕਰਕੇ। ਤੇ ਮੋਂਜੀ ਤੈਨੂੰ ਗੁੱਡ ਮਾਰਨਿੰਗ ਵੀ। ਅੱਜ ਕੱਲ ਤਾਂ ਭਾਈ ਤੁਹਾਡੇ ਅਕੋਰਡਿੰਗ ਚੱਲਣਾ, ਅੱਜ ਕੱਲ ਤਾਂ ਭਾਈ ਸਾਨੂੰ ਕੈਨੇਡਾ ਵਾਲਿਆਂ ਨੂੰ ਇੰਡੀਆ ਦੇ ਅਕੋਰਡਿੰਗ ਚੱਲਣਾ ਪੈਂਦਾ ਸੀ, ਤਾਂ ਫਿਰ ਤੁਹਾਡੀ ਗੁੱਡ ਮਾਰਨਿੰਗ ਹੀ ਕਰਾਂਗੇ ਆਪਣੀ ਈਵਨਿੰਗ 'ਚ ਵੀ। ਹੈ ਡਰੇ ਹੋਏ ਹਾਂ ਅਸੀਂ ਤੁਹਾਡੇ ਤੋਂ ਬਹੁਤ, ਕਿਸੇ ਪਾਸੇ ਦਾ ਡਰਾਇਆ ਸਾਨੂੰ ਤੁਸੀਂ। ਹੈ ਅੱਛਾ, ਤੇ ਮੈਂ ਇੱਥੋਂ ਹੀ ਨਾ, ਜਿਵੇਂ ਅੱਜ ਕੱਲ੍ਹ ਆਪਣੇ ਥੋੜ੍ਹੇ ਹਾਲਾਤ ਚੱਲ ਰਹੇ ਨੇ ਇੰਡੀਆ ਕੈਨੇਡਾ ਦੇ ਰਿਲੇਸ਼ਨ ਲੈ ਕੇ, ਆਪਾਂ ਪਿੱਛੇ ਪੋਡਕਾਸਟ ਵੀ ਕੀਤੀ ਸੀਗੀ। ਇਹਦੇ ਹੀ ਬੇਸਿਸ 'ਤੇ ਨਾ ਮੈਂ ਆਫਿਸ ਵੀ ਥੋੜ੍ਹੀ ਚਰਚਾ ਜੀ ਹੋ ਰਹੀ ਸੀ ਕਿਸੇ ਬੰਦਿਆਂ ਨਾਲ, ਅਸੀਂ ਇੰਡੀਅਨਸ ਦੇ ਨਾਲ ਹੀ ਕਰ ਰਹੇ ਸੀਗੇ ਜਿਹੜੇ ਬਾਕੀ ਇੰਡੀਅਨਸ ਨੇ। ਕਈ ਲੋਕ ਅੱਜ ਆਪਣੇ ਚਾਚੀ ਜੀ ਨਾਲ ਵੀ ਮੇਰੀ ਗੱਲ ਹੋ ਰਹੀ ਸੀ ਥੋੜ੍ਹੀ ਦੇਰ ਪਹਿਲਾਂ। ਇੰਡੀਅਨਸ ਜਿਹੜੇ ਕਿ ਇੱਥੋਂ ਕੈਨੇਡੀਅਨ ਜਿਹੜੇ ਇੰਡੀਆ ਜਾਣ ਦੀ ਤਿਆਰੀ ਕਰ ਰਹੇ ਸੀ ਵੈਸੇ ਨਾਰਮਲ ਟੂਰਸ ਵਗੈਰਾ, ਉਹਨਾਂ ਨੇ ਕਾਫੀਆਂ ਨੇ ਟਿਕਟਾਂ ਟੁਕਟਾਂ ਕੈਂਸਲ ਕਰਾਈਆਂ ਨੇ ਆਪਣੀਆਂ, ਇਹ ਸੋਚ ਕੇ ਵੀ ਪਤਾ ਨਹੀਂ ਹੁਣ ਕੀ ਹਾਲਾਤ ਨੇ ਕੀ ਨਹੀਂ ਹੈਗੇ। ਪਰ ਅਸੀਂ ਜਿਵੇਂ ਆਫੀਸ਼ੀਅਲੀ ਸੋਚਦੇ ਸੀਗੇ ਕਿ ਆਫਿਸ ਵੱਲੋਂ ਵੀ ਅਸੀਂ ਦੇਖਦੇ ਸੀਗੇ, ਸਾਡਾ ਵੀ ਕੰਪਨੀ ਦਾ ਕਾਫੀ ਆਊਟਸੋਰਸਿੰਗ ਦਾ ਕੰਮ ਇੰਡੀਆ 'ਚ ਹੁੰਦਾ ਹੈ। ਅਤੇ ਮੈਂ ਆਪਣੇ ਕਲੀਗ ਨਾਲ ਡਿਸਕਸ ਕਰ ਰਹੀ ਸੀਗੀ, ਮੈਂ ਕਿਹਾ ਵੀ ਉੱਤੇ ਵੀ ਅਸਰ ਪੈ ਸਕਦਾ ਜੇ ਜ਼ਿਆਦਾ ਰਿਲੇਸ਼ਨ ਖਰਾਬ ਹੋ ਗਏ ਤਾਂ, ਹੈ ਨਾ, ਵੀ ਜਿਹੜੀ ਸਾਰਾ ਇੱਥੇ ਆਊਟਸੋਰਸਿੰਗ ਦਾ ਕੰਮ ਜਾਂਦਾ ਇੰਡੀਆ, ਉਹਨੂੰ ਬੰਦ ਹੋ ਸਕਦਾ ਹੈ। ਅਤੇ ਉਹ 'ਚ ਅਸੀਂ ਆਪਸ 'ਚ ਡਿਸਕਸ ਕਰਦੇ ਫਿਰ ਅਸੀਂ ਕਿਹਾ ਕਿ ਨਹੀਂ, ਇਹ ਉਹ ਵੱਡੀਆਂ ਚੀਜ਼ਾਂ ਨੇ। ਮਤਲਬ ਕਿ ਜਿਵੇਂ ਆਈਟੀ ਸਾਰਾ ਆਊਟਸੋਰਸ ਹੋਇਆ ਆਲਮੋਸਟ ਆਈਟੀ 80-90% ਆਈਟੀ ਦੀ ਸਾਰਾ ਕੈਨੇਡਾ ਦਾ, ਈਵਨ USA ਦਾ ਸਾਰਾ ਇੰਡੀਆ ਨੂੰ ਆਊਟਸੋਰਸਡ ਹੈ। ਅਤੇ ਇੰਡੀਆ ਦੇ ਸਿਟੀ ਜਿਵੇਂ ਬੈਂਗਲੋਰ ਹੋ ਗਏ, ਕੋਲਕਾਤਾ, ਬੈਂਗਲੋਰ, ਇਹ ਹੈਦਰਾਬਾਦ, ਇਹ ਜਗ੍ਹਾ 'ਚ ਬਹੁਤ ਜ਼ਿਆਦਾ ਇੰਪਲੋਇਮੈਂਟ ਜਨਰੇਟ ਕੀਤੀ ਹੈ ਆਊਟਸੋਰਸਿੰਗ ਨੇ, ਹੈ ਨਾ। ਅਤੇ ਉਸੀ ਬੇਸਿਸ 'ਤੇ ਆਪਾਂ ਥੋੜ੍ਹਾ ਫਿਰ ਅੱਜ ਆਊਟਸੋਰਸਿੰਗ 'ਤੇ ਹੀ ਮੈਂ ਸੋਚਿਆ ਸੀ, ਆਪਾਂ ਪਹਿਲਾਂ ਵੀ ਗੱਲ ਕਰਦੇ ਸੀ, ਆਪਾਂ ਆਊਟਸੋਰਸਿੰਗ 'ਤੇ ਇੱਕ ਵਾਰ ਡਿਸਕਸ ਕਰਨਾ ਹੈ। ਇਸ ਟੌਪਿਕ ਨੂੰ ਲੈ ਕੇ ਆਪਾਂ ਆਊਟਸੋਰਸਿੰਗ 'ਤੇ ਡਿਸਕਸ ਕਰ ਲੈਂਦੇ ਹਾਂ। ਅਤੇ ਮੇਰੇ ਖਿਆਲਾਂ 'ਚ ਨਾ ਇਹ ਹੁੰਦਾ ਕਿ ਸਾਡੇ ਇੱਧਰ ਵੈਸਟਰਨ ਵਰਲਡ ਦੇ ਵਿੱਚ ਨਾ ਬੜਾ ਡਿਪਲੋਮੈਟਿਕਲੀ ਇਸ ਚੀਜ਼ ਨੂੰ ਹੈਂਡਲ ਕੀਤਾ ਜਾਂਦਾ ਹੈ। ਜਿਵੇਂ ਵੱਡੀ ਕੰਪਨੀਆਂ ਦੇ ਵਿੱਚ ਨਾ ਆਊਟਸੋਰਸਿੰਗ ਨੂੰ ਬੜਾ ਪੋਜ਼ੀਟਿਵ ਤਰੀਕੇ ਨਾਲ ਦਿਖਾਇਆ ਜਾਂਦਾ ਇੱਥੇ ਦੇ EMPLOYEES ਨੂੰ, ਹੈ ਨਾ, ਵੀ ਅਸੀਂ ਦੂਜੀ ਕੰਟਰੀ ਨੂੰ ਜੋਬ ਦੇ ਰਹੇ ਹਾਂ, ਅਸੀਂ ਕੁਆਲਿਟੀ ਆਫ ਕੰਮ ਅਸੀਂ ਸੇਮ ਰੱਖਾਂਗੇ, ਉਹਨਾਂ ਨੂੰ ਵੀ ਸਿੱਖਣ ਦਾ ਮੌਕਾ ਮਿਲੂਗਾ, ਦੂਜੀ ਕੰਟਰੀਜ਼ ਨੂੰ ਵੀ ਸਿੱਖਣ ਦਾ ਮੌਕਾ ਮਿਲੂਗਾ, ਸਾਡੇ ਲੈਵਲ 'ਤੇ ਆਉਣ ਦਾ ਮੌਕਾ ਮਿਲੂਗਾ। ਪਰ ਅੰਦਰੋਂ ਗੱਲ ਕੀ ਹੁੰਦੀ ਹੈ, ਆਪਣੇ ਬਜਟਸ ਬੇਸਿਕਲੀ ਬਚਾ ਰਹੇ ਹੁੰਦੇ ਨੇ, ਪੈਸੇ ਬਚਾ ਰਹੇ ਹੁੰਦੇ ਨੇ। ਅੰਦਰਲੀ ਗੱਲ, ਉਹ ਗੱਲ ਨੂੰ ਛੇੜਦੇ ਨਹੀਂ ਹੈਗੇ ਕੋਈ ਵੀ ਅਸੀਂ ਪੈਸਾ ਬਚਾ ਰਹੇ ਹਾਂ, ਵੀ ਉਹਨਾਂ ਨੂੰ ਅਸੀਂ ਸੇਮ ਕੰਮ ਘੱਟ ਪੈਸੇ ਦੇ ਕੇ, ਈਵਨ ਘੱਟ ਕੀ ਆਲਮੋਸਟ 20-30% ਪੈਸੇ ਦੇ ਕੇ, ਕਿਉਂਕਿ ਇੱਧਰ ਜਿਹੜੇ ਲੇਬਰ ਲਾਜ਼ ਨੇ ਬੜੇ ਤੇਜ਼ ਤਗੜੇ ਨੇ, ਉੱਥੋਂ ਥੱਲੇ ਤੁਸੀਂ ਕੰਮ ਨਹੀਂ ਲੈ ਸਕਦੇ ਹੈਗੇ, ਹੈ ਨਾ। ਅਤੇ ਉਹੀ ਤੁਸੀਂ ਸੇਮ ਕੰਮ, ਸੇਮ ਕੁਆਲਿਟੀ ਦਾ ਕੰਮ ਤੁਸੀਂ 1/3 ਪੈਸਾ ਦੇ ਕੇ ਆ ਜਿਹੜੀ ਗਰੀਬ ਕੰਟਰੀਜ਼ ਨੇ ਜਾਂ ਸੈਕਿੰਡ ਵਰਲਡ ਕੰਟਰੀਜ਼ ਜਿਹਨੂੰ ਕਹਿ ਲਓ, ਥਰਡ ਵਰਲਡ ਤਾਂ ਹਜੇ ਬਹੁਤ ਥੱਲੇ ਆ ਜਾਂਦੀ ਹੈ, ਖੈਰ ਜਿਹੜੀ ਡਿਵੈਲਪਿੰਗ ਕੰਟਰੀਜ਼ ਨੇ, ਉਹ ਕੰਟਰੀਜ਼ 'ਚੋਂ ਤੁਸੀਂ ਮੈਨ ਪਾਵਰ ਲੈ ਕੇ ਆਪਣੀ ਕੰਪਨੀ ਦਾ ਬਹੁਤ ਵੱਡਾ ਪੈਸਾ ਬਚਾ ਸਕਦੇ ਹੋ। ਅਤੇ ਬਹੁਤ ਕੰਪਨੀਆਂ ਦੇ ਵਿੱਚ ਤਾਂ ਇਹ ਕੈਂਪੇਨ ਹੀ ਚੱਲ ਰਿਹਾ ਕਿ ਜਿੰਨਾ ਹੋ ਸਕੇ ਤੁਸੀਂ ਆਊਟਸੋਰਸਿੰਗ ਕਰੋ, ਅਤੇ ਸਾਲ ਬਾਏ ਸਾਲ ਆਪਣਾ ਫਾਇਦਾ ਇਸੇ ਤਰੀਕੇ ਨਾਲ ਸ਼ੋਅ ਕਰਦੀਆਂ ਨੇ ਉਹ। ਪਰ ਇਹਨੂੰ ਬੜੇ ਦੱਬੇ ਤਰੀਕੇ ਨਾਲ ਦਿਖਾਇਆ ਜਾਂਦਾ, ਉਹੀ ਕਹਿੰਦੇ ਆ ਕਿ ਬੜੇ ਡਿਪਲੋਮੈਟਿਕਲੀ ਦਿਖਾਇਆ ਜਾਂਦਾ ਹੈ, ਸਰੇਆਮ ਇਹ ਨਹੀਂ ਦਿਖਾਇਆ ਜਾਂਦਾ ਵੀ ਅਸੀਂ ਐਕਸਪਲੋਇਟੇਸ਼ਨ ਕਰ ਰਹੇ ਹਾਂ, ਜਦ ਕਿ ਹੈਗੀ ਇੱਕ ਫਾਰਮ ਆਫ ਐਕਸਪਲੋਇਟੇਸ਼ਨ ਹੈ ਮੇਰੇ ਅਕੋਰਡਿੰਗ ਤਾਂ। ਅਤੇ ਬਾਕੀ ਆਪਾਂ ਦੇਖਦੇ ਹਾਂ ਜੋਬਸ ਵੀ ਜਨਰੇਟ ਹੁੰਦੀਆਂ ਨੇ ਇੰਡੀਆ ਵਗੈਰਾ 'ਚ। ਸਭ ਤੋਂ ਵੱਡੀ ਆਊਟਸੋਰਸਿੰਗ ਜਿਹੜੀ ਅੱਜ ਕੱਲ੍ਹ ਬੜੀ ਫੇਮਸ ਹੋਈ ਹੈ ਵੱਡੇ ਸੈਲੀਬ੍ਰਿਟੀਜ਼ ਦੇ ਵਿੱਚ ਵੀ, ਉਹ ਹੈਗੀ ਹੈ ਸਰੋਗੇਸੀ। ਆਪਾਂ ਸੁਣਿਆ ਹੋਏਗਾ ਵਰਡ, ਹੈ ਨਾ, ਵੀ ਆਪਾਂ ਐਕਟਰਾਂ ਸੁਣਦੇ ਹੁੰਦੇ ਹਾਂ ਵੀ ਆਪਣਾ ਬੱਚਾ ਤੁਸੀਂ ਦੂਸਰੇ ਦੀ ਬੋਡੀ ਦੇ ਥਰੂ ਪ੍ਰੋਡਿਊਸ ਕਰਦੇ ਹੋ, ਕਿ ਮਤਲਬ ਕਿਰਾਏ 'ਤੇ ਦੂਜੇ ਦੀ ਕੁੱਖ ਲੈ ਕੇ ਕਿਸੇ ਹੋਰ ਲੇਡੀ ਦੀ। ਇਹਦੇ ਵਿਊਜ਼ ਸੁਣਦੇ ਹਾਂ ਵੀ ਹਾਂ ਵੀ ਮੋਂਜੀ ਤੁਸੀਂ ਦੱਸੋ ਵੀ ਆਊਟਸੋਰਸਿੰਗ ਓਵਰਆਲ ਅਤੇ ਪਰਟੀਕੂਲਰ ਸਰੋਗੇਸੀ ਜਿਹੜੀ ਟਾਈਪ ਆਊਟਸੋਰਸਿੰਗ ਹੁੰਦੀ ਹੈ, ਉਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ, ਪਹਿਲਾਂ ਦੱਸੋ। ਜਦੋਂ ਵੀ ਨਾ ਆਪਾਂ ਪੈਸਾ ਇਨਵੋਲਵ ਹੋ ਜਾਂਦਾ ਕਿਤੇ ਵੀ,
ਤੇ ਫਿਰ ਆਪਾਂ ਨਾ ਉਸ ਦੇ ਪੈਸੇ ਨੂੰ ਨਾ ਆਪਾਂ ਤੋਲ ਸਕਦੇ ਆ, ਆਪਾਂ ਕਹਿ ਸਕਦੇ ਆ 5 ਰੁਪਏ 10 ਰੁਪਏ 5 ਰੁਪਏ ਤੋਂ ਵੱਧ ਨੇ, ਹਨਾ। ਤੇ ਪਰ ਜਦੋਂ ਤੱਕ ਪੈਸਾ ਕਿਤੇ ਇਨਵੋਲਵ ਨਹੀਂ ਹੁੰਦਾ ਤਾਂ ਆਪਾਂ ਨਾ ਇਸ ਤਰੀਕੇ ਦੇ ਤੋਲ ਮੋਲ ਚ ਪੈਂਦੇ ਨਹੀਂ। ਤੇ ਕੱਲ ਹੀ ਸਾਡੇ ਇੱਕ ਫਰੈਂਡ ਆਏ ਸੀਗੇ ਬੈਂਗਲੌਰ ਤੋਂ, ਬੜੇ ਮਤਲਬ ਵੱਡਾ ਨਾਮ ਨੇ ਉਹ, ਡੋਨਲਡ, ਤੇ ਉਹ ਇਨਵੈਸਟਰ ਨੇ। ਤੇ ਉਹ ਹੁਣ ਹੌਲੀ ਹੌਲੀ ਉਹਨਾਂ ਨੇ ਬਹੁਤ ਪੈਸਾ ਪੂਸਾ ਕਮਾਇਆ ਇਨਵੈਸਟਮੈਂਟਸ ਚੋਂ। ਤੇ ਕੱਲ ਹੁਣ ਉਹਨਾਂ ਦਾ ਹੌਲੀ ਹੌਲੀ ਧਿਆਨ ਹੋ ਗਿਆ ਇੱਧਰ ਨੂੰ, ਕਿ ਨੇਚਰ ਵੱਲ ਨੂੰ, ਕੁਦਰਤ ਵੱਲ ਨੂੰ, ਕਿ ਮੇਰੀ ਹੈਲਥ ਵੱਲ ਨੂੰ। ਕਹਿੰਦੇ ਨੇ, ਉਹ ਮੈਨੂੰ ਦੱਸ ਰਹੇ ਸੀ, ਕਹਿੰਦੇ ਯਾਰ ਮੈਂ 3000 ਰੁਪਏ ਕਿਲੋ ਘਿਓ ਲਿਆ ਤੇ ਦੇਖੋ ਕਿੰਨਾ ਵਧੀਆ, ਫਾਰਮਰ ਦਾ ਕਿੰਨਾ ਭਲਾ ਹੋ ਗਿਆ ਹੈ। ਮੈਂ ਕਿਹਾ ਕਿ ਉਹ ਜੇ 3000 ਰੁਪਏ ਕਿਲੋ ਜਿਹੜਾ ਘਿਓ ਤੁਸੀਂ ਲਿੱਤਾ, ਕੀ ਉਹ ਫਾਰਮਰ ਉਹ ਅਫੋਰਡ ਕਰ ਸਕਦਾ? ਤੇ ਉਦੋਂ ਉਹ ਚੁੱਪ ਕਰ ਗਏ, ਕਹਿੰਦੇ ਨਹੀਂ ਯਾਰ ਉਹ ਅਫੋਰਡ ਨਹੀਂ ਕਰ ਸਕਦਾ 3000 ਰੁਪਏ ਕਿਲੋ ਘਿਓ, ਕਿਸਾਨ। ਮੈਂ ਕਿਹਾ ਕਿ ਜਦੋਂ ਤੱਕ ਤੁਸੀਂ ਉਹ 3000 ਰੁਪਏ ਦੀ ਵੈਲਿਊ ਨਹੀਂ ਨਾ ਪਾਈ, ਉਦੋਂ ਤੋਂ ਪਹਿਲਾਂ ਉਹ ਬੰਦਾ ਉਹ ਘਿਓ ਖਾ ਰਿਹਾ ਸੀ ਘਰੇ, ਉਹਦੇ ਬੱਚੇ ਖਾ ਰਹੇ ਸੀਗੇ ਹੈ। ਜਦੋਂ ਤੱਕ ਵੇਰਕਾ ਨੇ ਆ ਕੇ ਪਿੰਡ ਪਿੰਡ ਆ ਕੇ ਡੈਰੀਆਂ ਨਹੀਂ ਖੋਲੀਆਂ ਸੀ, ਦੁੱਧ ਤੇ ਅਮਾਉਂਟ ਨਹੀਂ ਪਾਇਆ ਸੀ, ਸਾਰੇ ਲੋਕ ਦੁੱਧ ਪੀਂਦੇ ਸੀ ਘਰ ਦੇ, ਗਰੀਬ ਤੋਂ ਗਰੀਬ ਵੀ ਪੀਂਦਾ ਸੀ ਹੈ। ਖੋਆ ਕੱਢਦੇ ਸੀਗੇ ਘਰਾਂ ਦੇ ਵਿੱਚ, ਕੜਾਈਆਂ ਹੁੰਦੀਆਂ ਸੀ ਖੁੱਲ ਕੇ, ਸਿਹਤਾਂ ਅੱਛੀਆਂ ਹੁੰਦੀਆਂ ਸੀਗੀਆਂ। ਤੇ ਜਿਵੇਂ ਹੀ ਤੁਸੀਂ ਉਹ ਤੇ ਕੋਈ ਵੈਲਿਊ ਪਾਤੀ ਕਿਸੇ ਚੀਜ਼ ਦੇ ਉੱਤੇ, ਕਿਆ ਤੁਹਾਡਾ ਦੁੱਧ ਤਾਂ ਜੀ ਇੰਨੇ ਰੁਪਏ ਕਿਲੋ ਆ, ਤੁਸੀਂ ਦੇ ਸਕਦੇ ਹੋ ਸਾਨੂੰ ਹੈ। ਉਸੇ ਦਿਨ ਤੋਂ ਜਦੋਂ ਬੱਚਾ ਦੁੱਧ ਮੰਗਦਾ ਤਾਂ ਮਾਂ ਸੋਚਦੀ ਆ ਯਾਰ ਕਿ ਕਾਹਨੂੰ ਇੱਥੇ ਦੇਣਾ, ਚਲੋ ਵੇਚ ਦਿੰਨੇ ਆ। ਤੇ ਮੈਨੂੰ ਇਹ ਲੱਗਦਾ ਜਿਵੇਂ ਹੀ ਕਿਸੇ ਚੀਜ਼, ਜਦੋਂ ਹੀ ਬੰਦਾ ਪੈਸੇ ਦੇ ਵਿੱਚ ਤੋਲ ਮੋਲ ਕਰਨ ਲੱਗ ਜਾਂਦਾ, ਤਾਂ ਸਲੋਲੀ ਉਸ ਦੇ ਜੋ ਅੰਦਰਲੇ ਐਥਿਕਸ ਵੀ ਹਿੱਲ ਜਾਂਦੇ ਨੇ। ਤੇ ਉਹ ਹਿੱਲਦੇ ਇਸ ਲੈਵਲ ਤੇ ਪਹੁੰਚ ਜਾਂਦੇ ਨੇ ਕਿ ਉਹ ਕਹਿੰਦਾ ਯਾਰ ਮੈਂ 9 ਮਹੀਨੇ, ਜਨਾਨੀ ਵੀ ਕਹਿੰਦੀ ਆ 9 ਮਹੀਨੇ ਘਰੇ ਬੈਠੂੰਗੀ, ਲੈ ਮੈਂ ਤਾਂ ਮਹੀਨੇ ਦਾ ਕਰੋੜ ਰੁਪਇਆ ਕਮਾਨੀ ਆ, ਹਨਾ, 9 ਕਰੋੜ ਤਾਂ ਮੈਨੂੰ ਜਵਾਕ ਪੈ ਜਾਣਾ, ਘਰੇ ਬੈਠੂੰਗੀ ਹੈ। ਤਾਂ ਚਲੋ ਜਵਾਕ ਕਰ ਲੈਨੇ ਆ ਤੇ ਆ ਕਿਸੇ ਦੀ ਕਿਰਾਏ ਤੇ ਕੋਕ ਲੈ ਲੈਨੇ ਆ। ਹਜੇ ਮੈਂ ਕਹਿ ਰਿਹਾ, ਹਜੇ ਇਹ ਐਕਸਟ੍ਰੀਮ ਮਾਡਲ ਨਹੀਂ ਹੈਗਾ ਆਊਟਸੋਰਸਿੰਗ ਦਾ। ਹਜੇ ਉਹ ਇਹ ਤਾਂ ਸੋਚ ਰਹੇ ਕਿ ਬੱਚਾ ਹੋਣਾ ਚਾਹੀਦਾ, ਮਤਲਬ ਤੁਸੀਂ ਇਹ ਵੀ ਸਮਝੋ ਉੱਥੇ ਹਜੇ ਉਹ ਬੱਚੇ ਨੂੰ ਪ੍ਰੋਫਿਟ ਲਾਸ ਚ ਨਹੀਂ ਦੇਖ ਰਹੀ। ਹਜੇ ਉਹ ਇਹ ਨਹੀਂ ਦੇਖ ਰਹੀ ਕਿ ਬੱਚੇ ਤੇ ਤਾਂ ਖਰਚਾ ਵੀ ਹੋਊਗਾ, ਬੱਚਾ ਤਾਂ ਰੋਟੀ ਵੀ ਮੰਗੂਗਾ, ਹਨਾ, ਪਤਾ ਨਹੀਂ ਉਹਦਾ ਇਨਵੈਸਟਮੈਂਟ ਦਾ ਪ੍ਰੋਫਿਟ ਆਊਗਾ ਕਿ ਨਹੀਂ ਆਊਗਾ, ਵਿਚਾਲੇ ਮਰ ਗਿਆ ਕਦੀ, ਪਤਾ ਨਹੀਂ ਮੇਰਾ ਪੈਸਾ ਲੱਗਿਆ ਮੁੜੂਗਾ ਵੀ ਕਿ ਨਹੀਂ ਮੁੜੂਗਾ, ਹਨਾ। ਹਜੇ ਉਹ ਲੈਵਲ ਵੀ ਆਣਗੇ ਜਿੱਥੇ ਲੋਕ ਕਹਿਣਗੇ ਯਾਰ ਬੱਚਾ ਤਾਂ ਹੋਣਾ ਹੀ ਨਹੀਂ ਚਾਹੀਦਾ। ਫਿਰ ਉਹ ਆ ਵੀ ਗਿਆ ਵੈਸੇ ਇੱਕ ਤਰੀਕੇ ਦਾ ਕਿ ਬੱਚਾ ਆਪਾਂ ਕੀ ਕਰਨਾ ਹੈ। ਫਿਰ ਇੱਕ ਅਗਲਾ ਲੈਵਲ ਵੀ ਆਊਗਾ ਜਦੋਂ ਬਜ਼ੁਰਗ ਯਾਰ ਤੁਹਾਨੂੰ ਬੈਠੇ ਮੰਗਣਗੇ, ਯਾਰ ਇਹਨਾਂ ਨੂੰ ਤਾਂ ਵੇਚ ਦੋ, ਕੱਢ ਦੋ, ਹਨਾ, ਇਹ ਕੋਈ ਯੂਜ਼ਲੈਸ ਆਈਟਮ ਹੋ ਗਈ ਹੈ, ਇਹ ਤਾਂ ਹੁਣ ਖਰਚੇ ਦਾ ਘਰ ਆ, ਇਹ ਪ੍ਰੋਫਿਟ ਨਹੀਂ ਹੈਗਾ, ਇਹਦੇ ਚ ਇਸ ਚੀਜ਼ ਦਾ ਪ੍ਰੋਫਿਟ ਨਹੀਂ ਹੈਗਾ। ਤਾਂ ਜਿਵੇਂ ਹੀ ਆਪਾਂ ਪ੍ਰੋਫਿਟ ਲਾਸ ਦੇ ਵਿੱਚ ਵੜੀ ਜਾਵਾਂਗੇ, ਚੀਜ਼ਾਂ ਨੂੰ ਪੈਸੇ ਨਾਲ ਲਿੰਕ ਕਰੀ ਚੱਲਾਂਗੇ, ਉਵੇਂ ਇਹ ਪ੍ਰੋਬਲਮ ਵਧੀ ਜਾਊਗੀ, ਇਹਦਾ ਕੋਈ ਅੰਤ ਨਹੀਂ ਹੈਗਾ। ਮੈਨੂੰ ਇਹ ਲੱਗਦਾ ਕਿ ਤੁਹਾਨੂੰ ਪੈਸੇ ਨਾਲੋਂ ਜ਼ਿਆਦਾ ਜੀਵਨ ਜਿਉਣ ਦੀ ਸ਼ੈਲੀ ਸਿੱਖਣੀ ਚਾਹੀਦੀ ਆ। ਨਹੀਂ, ਇਹ ਲੈਵਲ ਤਾਂ ਆਲਰੇਡੀ ਪਹੁੰਚ ਚੁੱਕਿਆ ਜਿਹਦੀ ਤੂੰ ਗੱਲ ਕਰਦਾ ਨਾ, ਕਿ ਇਹ ਸੋਚਣਗੇ ਕਿ ਬੱਚਾ ਖਰਚੇ ਦਾ ਘਰ ਹੈ, ਵੀ ਬੱਚਾ ਵੀ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ। ਬਹੁਤ ਯੰਗਸਟਰ ਸੋਚਦੇ ਨੇ ਅੱਜ ਕੱਲ੍ਹ ਇਸ ਲਾਈਨ ਤੇ, ਇਸ ਕਰਕੇ ਬਹੁਤ ਲੋਕ ਬੱਚੇ ਕਰਨਾ ਹੀ ਨਹੀਂ ਚਾਹੁੰਦੇ, ਰਾਈਟ। ਇਹ ਤਾਂ ਜਿਹੜੀ ਸੈਲੀਬ੍ਰਿਟੀਜ਼ ਨੇ ਵੱਡੀਆਂ ਜਿਨ੍ਹਾਂ ਨੂੰ ਇਹ ਹੁੰਦਾ ਵੀ ਚਲੋ ਸਾਨੂੰ ਕੋਈ ਫਰਕ ਨਹੀਂ ਪੈਂਦਾ ਬੱਚੇ ਦੇ ਖਰਚੇ ਦਾ, ਵੀ ਇੰਨਾ ਕੁ ਅਸੀਂ ਮੈਨੇਜ ਕਰ ਲਾਂਗੇ, ਸਾਡੇ ਕੋਲ ਤਾਂ ਬਹੁਤ ਕਰੋੜਾਂ ਰੁਪਈਏ ਨੇ, ਹੈ ਨਾ, ਵੀ ਬਹੁਤ ਸਾਡੀ ਹੈਗੀ ਹੈ ਪੈਸੇ, ਠੀਕ ਠਾਕ ਨੇ। ਪਰ ਉਹ ਆਪਣੀ ਬੋਡੀ ਨੂੰ ਨਹੀਂ ਖਰਾਬ ਕਰਨਾ ਚਾਹੁੰਦੇ, ਕਿਉਂਕਿ ਉਹਨਾਂ ਦੀ ਬੋਡੀ ਹੀ ਉਹਨਾਂ ਦੀ ਇਨਵੈਸਟਮੈਂਟ ਹੈ, ਉਹਦੇ ਥਰੂ ਹੀ ਉਹਨਾਂ ਨੇ ਕਮਾਉਣਾ ਹੈ ਨਾ, ਆਪਣੀ ਬੋਡੀ ਦੀ ਬਿਊਟੀ ਦੇ ਥਰੂ ਹੀ ਜਿਹੜੀ ਐਕਟਰੈਸਿਸ ਨੇ ਜਾਂ ਜਿਹੜੇ ਹਾਈਫਾਈ ਲੋਕ ਨੇ ਇਹ ਕਮਾਉਂਦੇ ਨੇ। ਤੇ ਇਸੇ ਕਰਕੇ ਉਹ ਫਿਰ ਉਹਨੂੰ ਆਊਟਸੋਰਸ ਕਰ ਦਿੰਦੇ ਨੇ ਵੀ ਚਲੋ ਬੱਚਾ ਹੀ ਪ੍ਰੋਡਿਊਸ ਕਰਨਾ ਹੈ, ਆਪਣਾ ਹੀ ਬੱਚਾ ਹੀ ਪ੍ਰੋਡਿਊਸ ਹੋਊਗਾ, ਕਿਸੇ ਹੋਰ ਦੇ ਥਰੂ ਹੋ ਜਾਊਗਾ, ਕਿਉਂ ਤਕਲੀਫ ਦੇ ਥਰੂ ਜਾਣਾ ਜਾਂ ਬੋਡੀ ਨੂੰ ਕਿਉਂ ਖਰਾਬ ਕਰਨਾ। ਵੀ ਉਹ ਵੀ ਇੱਕ ਟਾਈਪ ਦੀ ਫਿਰ ਆਊਟਸੋਰਸਿੰਗ ਹੀ ਹੋਗੀ, ਜਿਵੇਂ ਕਿ ਆਹ ਵੈਸਟਰਨ ਵਰਲਡ ਜਿਹੜੇ ਨੇ, ਇਹ ਗਰੀਬ ਕੰਟਰੀਆਂ ਜਿਹੜਾ ਡਿਵੈਲਪਿੰਗ ਕੰਟਰੀਆਂ 'ਚ ਆਪਣਾ ਬਿਜ਼ਨਸ ਆਊਟਸੋਰਸ ਕਰਦੇ ਨੇ ਉਸ ਤਰੀਕੇ ਨਾਲ। ਪਰ ਉਹੀ ਤੇ ਗੱਲ ਠੀਕ ਹੈ ਵੀ ਹਰੇਕ ਚੀਜ਼ ਪੈਸੇ ਨਾਲ ਲਿੰਕ ਹੋਣ ਲੱਗ ਗਈ। ਇਹਦੇ ਪੈਸੇ ਨਾਲ ਲਿੰਕ ਹੋਣ ਕਰਕੇ ਹੀ ਜਿਹੜੀ ਜੀਵਨ ਜੀਣ ਦੀ ਸ਼ੈਲੀ ਹੁੰਦੀ ਹੈ ਨਾ, ਵੀ ਜਿਵੇਂ ਆਪਾਂ ਦੁੱਧ ਦਾ ਐਗਜ਼ਾਮਪਲ ਦਿੱਤਾ, ਵੀ ਪਿੰਡਾਂ 'ਚ ਦੁੱਧ ਮਾਂ ਵੀ ਸੋਚਣ ਲੱਗ ਗਈ ਵੀ ਦੁੱਧ ਮੈਂ ਡੈਰੀ 'ਚ ਪਾ ਕੇ 4 ਪੈਸੇ ਕਮਾਵਾਂ, ਜਾਂ ਇਹ ਦੁੱਧ ਮੈਂ ਆਪਣੇ ਬੱਚਿਆਂ ਨੂੰ ਦੇ ਕੇ ਉਹਨਾਂ ਦੀ ਸਿਹਤ ਬਣਾਵਾਂ, ਹੈ ਨਾ, ਉਹਨਾਂ ਨੂੰ ਚੰਗਾ ਖਾਣਾ ਪੀਣਾ ਦੇਵਾਂ। ਇਹ ਚੀਜ਼ ਇਹ ਜਦ ਲੈਵਲ ਤੱਕ ਪਹੁੰਚ ਜੇ ਨਾ, ਤਾਂ ਫਿਰ ਥੋੜ੍ਹੀ ਆਊਟਸੋਰਸਿੰਗ ਦੇ ਨੈਗੇਟਿਵ ਇੰਪੈਕਟ ਸਾਡੇ ਸਟਾਰਟ ਹੁੰਦੇ ਨੇ, ਵੀ ਜਿਹੜੇ ਬੰਦੇ ਨੇ ਉਹ ਬਹੁਤ ਕੁਛ ਕੁਰਬਾਨ ਕਰਨਾ ਸਟਾਰਟ ਕਰ ਦਿੰਦੇ ਨੇ ਪੈਸੇ ਦੇ ਕਰਕੇ, 4 ਪੈਸੇ ਕਮਾਉਣ ਦੇ ਪਿੱਛੇ।
ਨਹੀਂ, ਦੂਸਰਾ ਨੁਕਸਾਨ ਮੈਨੂੰ ਇਹ ਲੱਗਦਾ ਕਿ ਜਿਵੇਂ ਕਿ ਅੱਜ ਕੱਲ੍ਹ ਹਾਲਾਤ ਬਣ ਗਏ ਹੁਣ ਇੰਡੀਆ ਕੈਨੇਡਾ ਦੇ ਰਿਲੇਸ਼ਨਸ਼ਿਪਸ ਨਾ, ਹੁਣ ਇਹਦੇ ਵਿੱਚ ਕਿੰਨੇ ਬੰਦਿਆਂ ਦੇ ਦਾਅ ਲੱਗੇ ਹੋਏ ਨੇ ਇਸ ਚੀਜ਼ ਤੇ, ਰਾਈਟ। ਇੱਕ ਤਾਂ ਜਿਹੜੇ ਇੰਡੀਅਨ ਜਿਨ੍ਹਾਂ ਨੂੰ ਨੌਕਰੀਆਂ ਮਿਲੀਆਂ ਹੋਈਆਂ ਨੇ, ਹਜ਼ਾਰਾਂ ਮਤਲਬ ਲੱਖਾਂ ਲੋਕ ਹੋਣਗੇ ਜਿਨ੍ਹਾਂ ਨੂੰ ਇਹਦੇ ਬੇਸਿਸ ਤੇ ਨੌਕਰੀਆਂ ਮਿਲੀਆਂ ਹੋਈਆਂ ਨੇ, ਉਹ ਥੋੜ੍ਹੇ ਘਬਰਾਏ ਹੋਣਗੇ ਹੁਣ ਵੀ ਜੇ ਰਿਲੇਸ਼ਨ ਖਰਾਬ ਹੋ ਗਏ ਤੇ ਉਹਦੇ 'ਚ ਸਾਡੀਆਂ ਜੌਬਸ ਜਾ ਸਕਦੀਆਂ ਨੇ। ਦੂਜੀ ਚੀਜ਼ ਜਿਹੜੀ ਇੱਦਾਂ ਦੀ ਵੈਸਟਰਨ ਕੰਟਰੀਜ਼ ਇੱਧਰ ਕੰਪਨੀਆਂ ਨੇ, ਉਹਨਾਂ ਦੀ ਵੀ ਪ੍ਰੋਬਲਮ ਹੈ ਕਿ ਉਹਨਾਂ ਨੇ ਉਹ 100% ਆਊਟਸੋਰਸਿੰਗ 'ਤੇ ਬਿਲਕੁਲ ਰਿਲਾਈ ਨਹੀਂ ਕਰ ਸਕਦੇ ਕਦੇ ਵੀ, ਕਿਉਂਕਿ ਉਹਨਾਂ ਨੂੰ ਇਹ ਪਤਾ ਹੋਏਗਾ ਕਿ ਪੋਲੀਟੀਕਲੀ ਕਿਸੇ ਵੀ ਟਾਈਮ 'ਤੇ ਰਿਲੇਸ਼ਨ ਦੋ ਕੰਟਰੀਆਂ ਦੇ ਖਰਾਬ ਹੋ ਸਕਦੇ ਨੇ। ਇਸ ਕਰਕੇ ਉਹਨਾਂ ਨੂੰ ਕੋਈ ਨਾ ਕੋਈ ਬੈਕਅਪ ਇੱਥੇ ਰੱਖਣਾ ਹੀ ਪੈਂਦਾ ਹੈ। 100% ਉਹ ਆਊਟਸੋਰਸਿੰਗ 'ਤੇ ਅੱਖਾਂ ਬੰਦ ਕਰਕੇ ਰਿਲਾਈ ਕਰਨਾ ਥੋੜ੍ਹਾ ਮੁਸ਼ਕਿਲ ਹੈ। ਪਰ ਉਹਦੇ ਪੋਜ਼ੀਟਿਵ ਇੰਪੈਕਟ ਮੈਨੂੰ ਇਹ ਲੱਗਦਾ, ਜਿਵੇਂ ਆਪਾਂ ਲਾਸਟ ਪੋਡਕਾਸਟ ਵੀ ਕਿਹਾ ਸੀ ਵੀ ਜਿੰਨੇ ਮਰਜ਼ੀ ਪੋਲੀਟੀਕਲ ਰਿਲੇਸ਼ਨ ਖਰਾਬ ਹੋ ਜਾਣ, ਅੱਜ ਕੱਲ੍ਹ ਦਾ ਜਿਹੜਾ ਸੂਤਰਧਾਰ ਹੈ ਦੁਨੀਆ ਦਾ ਉਹ ਪੈਸਾ ਹੈ ਨਾ। ਵੀ ਇਹ ਪੈਸਾ, ਕਿਉਂਕਿ ਹਰੇਕ ਕੰਟਰੀ ਦੀ ਡਿਪੈਂਡੈਂਸੀ ਦੂਜੀ ਕੰਟਰੀ 'ਤੇ ਬਣ ਗਈ ਇੰਨੀ ਜ਼ਿਆਦਾ, ਆਪਸ 'ਚ ਮਿਊਚੁਅਲ ਆਊਟਸੋਰਸਿੰਗ ਕਰਕੇ ਡਿਪੈਂਡੈਂਸੀ ਬਣ ਗਈ ਕਿ ਪੈਸੇ ਕਰਕੇ ਹੀ ਬਹੁਤ ਸਾਰੀ ਜੰਗਾਂ ਰੁਕ ਜਾਂਦੀਆਂ ਹੋਣਗੀਆਂ। ਜਿੱਥੇ ਪੈਸੇ ਦਾ ਫਾਇਦਾ ਆ ਜਾਂਦਾ ਉੱਥੇ ਆਪਣਾ ਫਾਇਦਾ ਨਜ਼ਰ ਆ ਜਾਂਦਾ ਨਾ ਚੀਜ਼ਾਂ ਤੋਂ। ਤਾਂ ਸਿਰਫ ਇੱਕ ਪੋਲੀਟੀਕਲ ਵਿਊ ਹੁੰਦਾ ਬੰਦੇ ਦਾ ਨਾ, ਵੀ ਉਹ ਕੰਟਰੀ ਇੱਦਾਂ ਦਾ ਜਾਂ ਉਹ ਕੰਟਰੀ ਇੱਦਾਂ ਦਾ ਹੈ। ਪਰ ਜਦ ਆਪਣੇ 'ਤੇ ਬੀਤਦੀ ਹੈ ਵੀ ਜੇ ਤੂੰ ਚਾਈਨਾ ਨੂੰ ਪਸੰਦ ਨਹੀਂ ਕਰਦਾ ਤਾਂ ਫਿਰ ਨੁਕਸਾਨ ਸਹਿ, ਹੈ ਨਾ। ਉਹ ਜੇ ਨੁਕਸਾਨ ਸਹਿਣ ਦੀ ਗੱਲ ਆਉਂਦੀ ਹੈ ਫਿਰ ਬੰਦਾ ਚਾਰ ਪੈਸੇ ਦਾ ਨੁਕਸਾਨ ਦੇ ਸਹਿ ਕੇ ਤਿਆਰ ਨਹੀਂ ਹੁੰਦਾ ਹੈ। ਉੱਥੇ ਕੰਪਰੋਮਾਈਜ਼ ਕਰ ਲੈਂਦਾ ਵੀ ਚੱਲ ਮੈਨੂੰ ਕੀ ਲੈਣਾ ਦੇਣਾ। ਪਤਾ ਕੀ ਆ, ਇਹ ਮੈਂ ਤੁਹਾਨੂੰ ਦੱਸਾਂ, ਇਹ ਨਾ ਆਪਾਂ ਕੈਪੀਟਲਿਸਟ ਸਿਸਟਮ ਆਈ ਚੱਲਦੇ ਨੇ। ਕੈਪੀਟਲਿਸਟ ਸਿਸਟਮ 'ਚ ਹਰ ਕੋਈ ਚਾਹੁੰਦਾ ਕਿ ਮੈਂ ਟੌਪ ਤੇ ਜਾਵਾਂ, ਜਿਹੜਾ ਟੌਪ ਤੇ ਆਊਗਾ ਉਹੀ ਸਰਵਾਈਵ ਕਰੂਗਾ, ਦੂਜੇ ਹੌਲੀ ਹੌਲੀ ਖਤਮ ਹੋ ਜਾਣਗੇ। ਤੇ ਹੁਣ ਇੱਕ ਟਾਈਮ ਤੱਕ ਆਊਟਸੋਰਸਿੰਗ ਇਹੋ ਜਿਹਾ ਪੁਆਇੰਟ ਸੀਗਾ ਜਿੱਥੇ ਖਰਚਾ ਬਚਾ ਕੇ ਤੁਸੀਂ ਇਨਕਮ, ਮਤਲਬ ਤੁਸੀਂ ਪ੍ਰੋਫਿਟ ਜਨਰੇਟ ਕਰ ਲੈਂਦੇ ਹੋ। ਤੁਸੀਂ ਆਪਣੇ ਤੋਂ ਆਪਣਾ ਕੰਮ ਜਿਹੜਾ ਲੱਖ ਰੁਪਏ ਦਾ ਕੰਮ ਸੀਗਾ, ਠੀਕ ਆ, ਉਹ 50,000 ਚ ਕਰਾ ਲਿਆ ਆਊਟਸੋਰਸਿੰਗ ਦੇ ਥਰੂ, ਤਾਂ ਤੁਸੀਂ 50,000 ਰੁਪਏ ਬਚਾ ਲਿਆ ਹੈ। ਹੁਣ ਜਿਹੜਾ ਨੰਬਰ ਉਹ ਨੰਬਰ 1 ਬਣ ਗਈ, ਮੰਨ ਲਓ ਕੰਪਨੀ ਜਿਹਨੇ ਆਊਟਸੋਰਸ ਕਰਤੀ। ਹੁਣ ਜਿਹੜੀ ਨੰਬਰ 2 ਕੰਪਨੀਆਂ, ਉਹਦੇ ਮੂਰੇ 2 ਆਪਸ਼ਨਸ ਨੇ। ਇੱਕ ਆਪਸ਼ਨ ਤਾਂ ਇਹ ਹੈਗੀ ਕਿ ਉਸ ਤੋਂ ਵੀ ਗਰੀਬ ਬੰਦਾ ਲੱਭ ਲਓ, ਜਿਹੜਾ 50,000 ਚ ਕੰਮ ਕਰਾਇਆ ਉਹ ਮੈਂ 25,000 ਚ ਕਰਾ ਲਾਂ ਹੈ। ਦੂਸਰੀ ਆਪਸ਼ਨ ਇਹ ਹੈਗੀ ਕਿ ਮੈਂ ਕੁਝ ਇਹੋ ਜਿਹਾ ਕੁਝ ਇਮੋਸ਼ਨਲ ਗੇਮ ਖੇਡਾਂ ਜਿਸ ਦੇ ਥਰੂ ਉਹਦੀ ਆਊਟਸੋਰਸਿੰਗ ਬੰਦ ਹੋ ਜਾਵੇ। ਸਮਝ ਰਹੇ ਹੋ? ਇਹ ਵੀ ਇੱਕ ਵਿਨਿੰਗ ਦਾ ਤਰੀਕਾ, ਮਤਲਬ ਦੋ ਤਰੀਕੇ ਨਾਲ ਜਿੱਤ ਸਕਦਾ, ਜਾਂ ਤਾਂ ਉਸ ਤੋਂ 50,000 ਵਾਲਾ ਕੰਮ 25,000 ਚ ਕਰਾ ਕੇ, ਜਾਂ ਉਹਦਾ 50,000 ਵਾਲਾ ਕੰਮ ਬੰਦ ਕਰਵਾ ਕੇ। ਤਾਂ ਇੱਥੇ ਆ ਕੇ ਡਿਵੀਜ਼ਨ ਆ ਜਾਂਦਾ, ਇੱਕ ਕੈਪੀਟਲਿਜ਼ਮ ਦੇ ਥਰੂ ਜਾ ਰਿਹਾ, ਕੰਪੀਟੀਸ਼ਨ ਦੇ ਥਰੂ ਜਾ ਰਿਹਾ, ਬਿਜ਼ਨਸ ਦੇ ਥਰੂ ਜਾ ਰਿਹਾ, ਇੱਕ ਪੋਲੀਟੀਕਲ ਸਿਸਟਮ ਦੇ ਥਰੂ ਜਾ ਰਿਹਾ। ਇੱਕ ਬੰਦਾ ਕਹਿੰਦਾ ਆ ਚੱਕ, ਕੰਪਨੀ ਪਾਰਟੀ ਨੂੰ ਕਹਿੰਦਾ ਆ ਚੱਕ ਮੇਰੇ ਤੋਂ ਪੈਸਾ, ਠੀਕ ਆ, ਕੁਝ ਇਹੋ ਜਿਹਾ ਜੁਗਾੜ ਕਰ ਕਿ ਤੂੰ ਉਹਦੀ ਆਊਟਸੋਰਸਿੰਗ ਬੰਦ ਕਰ ਦੇ। ਉਹਨੂੰ ਪਤਾ ਕਿ ਉਹਨੇ ਦਾ ਖੇਡ ਲਿਆ, ਉਹਨੇ ਇੰਡੀਆ 'ਚ ਦਾ ਖੇਡ ਲਿਆ ਜਾਂ ਚਾਈਨਾ 'ਚ ਦਾ ਖੇਡ ਲਿਆ, ਤਾਂ ਕੁਝ ਇਹੋ ਜਿਹਾ ਜੁਗਾੜ ਬਣਾਓ, ਮੈਂ ਤੈਨੂੰ ਫੰਡ ਕਰਦਾ ਤੇਰੇ ਕੈਂਪੇਨ ਨੂੰ, ਦੱਸ ਕਿੰਨੇ ਕਰੋੜ ਚਾਹੀਦਾ, ਠੀਕ ਆ। ਤਾਂ ਉਦੋਂ ਉਹ ਪਾਰਟੀਆਂ ਨੂੰ ਕਹਿੰਦੀਆਂ ਨੇ, ਜਿਵੇਂ ਟਰੂਡੋ ਨੂੰ ਕਹਿ ਸਕਦੇ ਨੇ ਜਾਂ ਮੋਦੀ ਨੂੰ ਕਹਿ ਸਕਦੇ ਨੇ, ਕੁਝ ਇਹੋ ਜਿਹੀ ਗੱਲ ਕਰ ਜਿਹਦੇ 'ਚ ਲੋਕ ਵਿਸ਼ਵਾਸ ਕਰ ਲੈਣ ਕਿ ਹੁਣ ਅੱਗੇ ਜਾ ਕੇ ਆਊਟਸੋਰਸਿੰਗ ਬੰਦ ਹੋਊਗੀ। ਹਾਂ, ਤੇ ਇਹਦੇ 'ਚ ਕੀ ਹੁੰਦਾ ਨਾ, ਤੇ ਕਈ ਵਾਰ ਜਿਹੜੇ ਆ ਪੋਲੀਟਿਕਸ ਦੀ ਗੱਲ ਕੀਤੀ ਮੋਹਨਜੀਤ ਤੂੰ, ਇਹਦੇ 'ਚ ਐਗਜ਼ਾਮਪਲਸ ਜਿਵੇਂ ਹੋ ਸਕਦੀਆਂ ਨੇ ਕਿ ਜਿਹੜੇ ਪੋਲੀਟੀਸ਼ੀਅਨਸ ਹੁੰਦੇ ਨੇ ਇਹ ਵੀ ਆਪਣੀ ਇਮੋਸ਼ਨਲ ਜਿਹੀ ਗੇਮ ਖੇਲ ਕੇ ਕੋਈ ਨਾ ਕੋਈ ਪੋਲੀਟਿਕਸ ਕਰਕੇ ਆਊਟਸੋਰਸਿੰਗ ਦੂਜੇ ਕੰਟਰੀ ਨੂੰ ਬੰਦ ਵੀ ਕਰਾ ਸਕਦੇ ਨੇ। ਮਤਲਬ ਇਹ ਬਿਜ਼ਨਸ ਨੂੰ ਇੰਪੈਕਟ ਕਰਨ ਦੀ ਕੋਸ਼ਿਸ਼ ਕਰਦੇ ਨੇ ਆਪਣੇ ਫਾਇਦੇ ਵਾਸਤੇ। ਜਿਵੇਂ ਕਿ ਐਗਜ਼ਾਮਪਲ ਲੈ ਲਓ, ਬਾਦਲ ਨਹੀਂ ਸੀਗੇ ਪੰਜਾਬ 'ਚ, ਬਾਦਲਾਂ ਦੀ ਬੱਸਾਂ ਚੱਲਦੀਆਂ ਸੀ ਕਿਉਂਕਿ ਉਹ ਪੋਲੀਟੀਕਲ ਉੱਥੋਂ ਉਸ ਟਾਈਮ 'ਤੇ ਪਾਵਰਫੁਲ ਸੀਗੇ, ਤਾਂ ਉਹਨਾਂ ਨੇ ਆਪਣੀਆਂ ਬੱਸਾਂ ਚਲਾਈਆਂ ਤੇ ਦੂਜਿਆਂ ਦੀ ਬੰਦ ਕਰਾਈਆਂ। ਉਸੇ ਤਰੀਕੇ ਨਾਲ ਜਿਵੇਂ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਵੀ ਇਹ ਚੀਜ਼ਾਂ ਹੋ ਸਕਦੀਆਂ ਨੇ ਵੀ ਜਿਹੜੇ ਪੋਲੀਟੀਕਲ ਲੀਡਰ ਨੇ ਉਹਨਾਂ ਨੂੰ, ਜਿਹੜੀ ਉਹਨਾਂ ਦੀ ਪਾਰਟੀ ਦੇ ਨਾਲ ਚੱਲਣ ਵਾਲੇ ਬਿਜ਼ਨਸ ਨੇ, ਉਹਨਾਂ ਨੂੰ ਬਚਾਉਣ ਵਾਸਤੇ, ਉਹਨਾਂ ਦੇ ਓਪੋਨੈਂਟਸ ਨੂੰ ਨੁਕਸਾਨ ਪਹੁੰਚਾਉਣ ਦੇ ਲਈ ਇਹ ਸਟ੍ਰੈਟਜੀ ਅਪਣਾਉਂਦੇ ਨੇ ਕਈ ਵਾਰ। ਹਾਂ, ਤੇ ਜਿਵੇਂ ਹੁਣ ਸਮਝ ਲਓ ਕਿ ਇੰਡੀਆ ਤੇ ਕੈਨੇਡਾ ਦੇ ਅੱਜ ਕੱਲ੍ਹ ਥੋੜ੍ਹੇ ਗੜਬੜ ਚੱਲ ਰਹੀ ਹੈ। ਜੇ ਹੁਣ ਇੱਦਾਂ ਦੀ ਕੋਈ ਅਨਾਊਂਸਮੈਂਟ ਕਰਦੇ ਟਰੂਡੋ ਵੀ ਅਸੀਂ ਇੰਡੀਆ ਨੂੰ ਆਊਟਸੋਰਸਿੰਗ ਬੰਦ ਕਰ ਦਾਂਗੇ IT ਵਗੈਰਾ ਦੀ, ਹੈ ਨਾ, ਜਾਂ ਘੱਟ ਕਰ ਦਾਂਗੇ, ਨਾਲ ਦੀ ਨਾਲ ਹੀ ਇੰਡੀਆ ਦੇ ਸ਼ੇਅਰ ਗਿਰ ਜਾਣੇ ਨੇ ਉਹ ਕੰਪਨੀਆਂ ਦੇ ਵਿੱਚ। ਤੇ ਸਾਰੀਆਂ ਚੀਜ਼ਾਂ ਇਹ ਨਾ ਆਪਸ 'ਚ ਕਨੈਕਟਡ ਹੁੰਦੀਆਂ ਨੇ ਵੀ ਪੋਲੀਟੀਕਲ ਗੇਮਸ ਕਿਵੇਂ ਖੇਲੀਆਂ ਜਾਂਦੀਆਂ ਨੇ, ਪਲੱਸ ਇੱਕ ਇਕੋਨਮੀ ਕਿਵੇਂ ਇੱਕ ਦੂਜੇ ਦੀ ਇੰਪੈਕਟ ਕੀਤੀ ਜਾਂਦੀ ਹੈ। ਫਿਰ ਹਰ ਕੋਈ ਦੇਖਦਾ ਵੀ ਮੇਰਾ ਪੱਲੜਾ ਭਾਰੀ ਹੈ ਜਾਂ ਉੱਧਰਲਾ ਪੱਲੜਾ ਭਾਰੀ ਹੈ, ਮੈਂ ਇਹ ਕਰ ਸਕਦਾ ਜਾਂ ਨਹੀਂ ਕਰ ਸਕਦਾ ਕਰਕੇ। ਇਹ ਬੜੀਆਂ ਲੰਬੀਆਂ ਚੌੜੀਆਂ ਗੇਮਾਂ ਹੁੰਦੀਆਂ ਨੇ ਸਾਰੀਆਂ ਜਿਹੜੇ ਪੋਲੀਟਿਕਸ ਦੇ ਪਿੱਛੇ ਹੁੰਦੀਆਂ। ਆਪਣੇ ਵਰਗੇ ਲੋਕ ਸਿੱਧੇ ਸਾਧੇ ਇਹ ਚੀਜ਼ਾਂ ਨੂੰ ਸਮਝਦੇ ਨਹੀਂ ਹੈਗੇ, ਆਪਾਂ ਸਿਰਫ ਉੱਪਰੋਂ ਦੇਖ ਲੈਂਦੇ ਹੁੰਦੇ ਹਾਂ ਚੀਜ਼ਾਂ ਨੂੰ। ਚਲੋ ਠੀਕ ਹੈ, ਫਿਰ
ਹੋ ਗਈ ਆਪਣੀ ਵਧੀਆ ਡਿਸਕਸ਼ਨ। ਤੇ ਆਊਟਸੋਰਸਿੰਗ ਤਾਂ ਚੱਲਦੀ ਰਹੇਗੀ ਜਦ ਤੱਕ ਦੁਨੀਆ 'ਚ ਥੋੜਾ ਫਰਕ ਰਹੇਗਾ, ਜਦ ਤੱਕ ਡਿਵੈਲਪਡ ਵਰਸਸ ਡਿਵੈਲਪਿੰਗ ਕੰਟਰੀਜ਼ ਵਰਸਸ ਥਰਡ ਵਰਲਡ ਰਹੇਗਾ, ਅਲੱਗ-ਅਲੱਗ ਧੜੇ ਰਹਿਣਗੇ, ਉਨੇ ਟਾਈਮ ਤੱਕ ਜਿਹੜੀ ਵੇਰੀਏਸ਼ਨਸ ਕਰਕੇ, ਪੇਮੈਂਟਸ ਦੀ ਵੇਰੀਏਸ਼ਨਸ ਕਰਕੇ ਆਊਟਸੋਰਸਿੰਗ ਤਾਂ ਚੱਲਦੀ ਰਹਿਣੀ ਹੈ। ਇਹ ਤਾਂ ਬੜੇ ਟਾਈਮ ਤੋਂ, ਲੰਬੇ ਟਾਈਮ ਤੋਂ ਚੱਲਦੀ ਪਈ ਹੈ ਨਾ। ਗਲੋਬਲ ਕਨੈਕਟੀਵਿਟੀ ਦਾ ਇਹ ਇੱਕ ਇੰਪੈਕਟ ਹੈ ਇਹ, ਹੈ ਨਾ। ਇਹ ਤਾਂ ਰਹਿਣਾ ਹੀ ਰਹਿਣਾ ਆਉਣ ਵਾਲੇ ਟਾਈਮ ਦੇ ਵਿੱਚ ਵੀ। ਚਲੋ ਜੀ, ਠੀਕ ਠਾਕ। ਫਿਰ ਆਪਾਂ ਹੋਰ ਟੌਪਿਕ ਲੈ ਕੇ ਆਉਂਦੇ ਹਾਂ ਨੈਕਸਟ ਟਾਈਮ, ਰਾਈਟ। ਓਕੇ ਜੀ, ਬਾਏ ਬਾਏ।